नमस्कार दोस्तों, मीडिया कॉप्स में आपका स्वागत है। अब ब्राह्मण समाज एक छत के नीचे, एक झंडे के नीचे भगवान परशुराम जन्मोत्सव के उपलक्ष्य में करवाए जाने वाले कार्यक्रमों को करवाएगा। इसकी पहल के लिए मास्टर सुधीर शर्मा ने आगे आते हुए सभी ब्राह्मण समाज की संस्थाओं को एक झंडे के नीचे लाकर खड़ा किया। इस संबंध में क्या क्या कहा विभिन्न पदाधिकारियों ने, आओ सुनिए। सुधीर जी, ਤੁਸੀਂ ਕੋਈ ਉਪਰਾਲਾ ਕੀਤਾ ਬ੍ਰਾਹਮਣ ਸਭਾ ਇਕੱਠੇ ਕਰਨ ਦਾ, ਕੀ ਉਪਰਾਲਾ ਇਹਦੇ ਬਾਰੇ ਦੱਸੋ ਸਾਰਾ। ਸਭ ਤੋਂ ਪਹਿਲੇ ਭਗਵਾਨ ਪਰਸ਼ੁਰਾਮ ਕੀ ਜੈ। ਨੰਗਲ ਦੇ ਵਿੱਚ ਦੋਨਾਂ ਸਭਾਵਾਂ ਨੇ ਮੀਟਿੰਗ ਕੀਤੀ, ਸ਼੍ਰੀ ਪਰਸ਼ੁਰਾਮ ਬ੍ਰਾਹਮਣ ਸਭਾ ਔਰ ਬ੍ਰਾਹਮਣ ਸਭਾ ਪੰਜਾਬ ਦੋਨਾਂ ਨੇ ਮੀਟਿੰਗ ਕੀਤੀ। ਦੋਨਾਂ ਦੀ ਮੀਟਿੰਗ ਜਿਹੜੀ ਆ ਮੈਂ ਅਟੈਂਡ ਕੀਤੀ। ਉਹਨਾਂ ਮੀਟਿੰਗਸ ਦੇ ਵਿੱਚ ਜਦੋਂ ਸਾਰੇ ਪ੍ਰੋਗਰਾਮ ਸੈਟਲ ਹੋਏ ਆ, ਉਹਨਾਂ ਮੀਟਿੰਗ ਦੇ ਵਿੱਚ ਇੱਕ ਗੱਲ ਹੋਈ ਹੈ ਕਿ ਦੋਨੋਂ ਸਭਾਵਾਂ ਜਿਹੜੀਆਂ ਹੈ ਉਹ ਇਕੱਠੀਆਂ ਹੋ ਜਾਣੀਆਂ ਚਾਹੀਦੀਆਂ। ਸਾਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ। ਸੋ ਲੋਕ ਗੱਲ ਵੀ ਕਰਦੇ ਸੀ ਸਮੇਂ-ਸਮੇਂ ਤੇ ਕਿ ਬ੍ਰਾਹਮਣ ਸਮਾਜ ਜਿਹੜਾ ਹੈ ਇਕੱਠਾ ਹੋ ਜਾਣਾ ਚਾਹੀਦਾ। ਮੇਰੇ ਨਾਲ ਸੰਜੀਵ ਜੀ ਖੜੇ ਹੈ, ਬਲਰਾਮ ਜੀ ਖੜੇ ਹੈ, ਰਾਮ ਕੁਮਾਰ ਸੋਹੜ ਜੀ ਹੈ। ਇਹਨਾਂ ਨੇ ਵੀ ਕਈ ਵਾਰ ਡਿਸਕਸ ਕੀਤਾ ਕਿ ਸਭਾ ਜਿਹੜੀ ਹੈ ਇੱਕ ਹੋ ਜਾਣੀ ਚਾਹੀਦੀ ਹੈ। ਗੱਲ ਕੀ ਸੀ ਕਿ ਸਾਰੇ ਚਾਹੁੰਦੇ ਸੀਗੇ ਕਿ ਇਕੱਠੀ ਹੋ ਜਾਵੇ। ਬਸ ਇੱਕ ਐਸਾ ਧੁਰਾ ਚਾਹੀਦਾ ਸੀਗਾ, ਇੱਕ ਐਸਾ ਬੰਦਾ ਚਾਹੀਦਾ ਸੀ ਜਿਹੜਾ ਇਹਨਾਂ ਨਾਲ ਇੱਕ ਜਗ੍ਹਾ ਬਿਠਾ ਕੇ ਗੱਲਬਾਤ ਕਰ ਸਕੇ। ਸੋ ਮੈਨੂੰ ਰਾਮ ਕੁਮਾਰ ਸੋਹੜ ਜੀ ਨੇ ਕਿਹਾ ਕਿ ਤੁਸੀਂ ਅੱਗੇ ਆਓ ਤੇ ਇਹਨਾਂ ਨੂੰ ਇਕੱਠੇ ਕਰੋ। ਮੈਂ ਇਹਨਾਂ ਚਾਰਾਂ ਨੂੰ ਬੇਨਤੀ ਕੀਤੀ ਹੈ, ਜਿਸ ਦੇ ਵਿੱਚ ਰਮਨ ਸ਼ਰਮਾ ਜੀ ਸੀਗੇ, ਮਹੇਸ਼ ਕਾਲੀਆ ਜੀ ਸੀਗੇ, ਉਮਾਕਾਂਤ ਜੀ ਸੀਗੇ, ਮਦਨ ਗੋਪਾਲ ਜੀ ਸੀਗੇ। ਮੈਂ ਇਹਨਾਂ ਨੂੰ ਸ਼ਿਵ ਮੰਦਰ ਮੇਨ ਮਾਰਕੀਟ ਦੇ ਵਿੱਚ ਬੁਲਾਇਆ 10 ਤਰੀਕ ਨੂੰ ਅਸੀਂ ਉੱਥੇ ਬੈਠ ਕੇ ਮੀਟਿੰਗ ਕੀਤੀ ਹੈ। ਤੇ ਮੀਟਿੰਗ ਦੇ ਵਿੱਚ ਪਹਿਲੇ ਸਾਰਿਆਂ ਦੇ ਅਸੀਂ ਗੱਲਾਂ ਸੁਣੀਆਂ ਵੀ ਕੀ ਹੈ ਕੀ ਨਹੀਂ ਹੈ, ਸਾਰਾ ਕੁਝ ਉੱਥੇ ਵਿਸਤ੍ਰਿਤ ਜਾਣਕਾਰੀ ਜਿਹੜੀ ਦਿੱਤੀ ਗਈ ਹੈ। ਪਰ ਇੱਕ ਗੱਲ ਉੱਥੇ ਇਹ ਸੀਗੀ ਕਿ ਇਹ ਸਾਰੇ ਜਿਹੜੇ ਹੈ ਉਹ ਇਸੇ ਧਿਆਨ ਦੇ ਨਾਲ ਉੱਥੇ ਆਏ ਸੀਗੇ ਕਿ ਅਸੀਂ ਇੱਕ ਹੋਣਾ ਹੀ ਹੈ, ਮਿੱਥ ਕੇ ਆਏ ਸੀਗੇ ਕਿ ਅਸੀਂ ਇੱਕ ਹੋਣਾ ਹੈ। ਤੇ ਸਾਰਿਆਂ ਨੇ ਆਪਣੇ ਸਵਾਰਥ ਦੇ ਜਿਹੜੇ ਹਿੱਤ ਸੀਗੇ ਉਹ ਇੱਕ ਪਾਸੇ ਕਰ ਦਿੱਤੇ ਤੇ ਬ੍ਰਾਹਮਣ ਸਮਾਜ ਦੇ ਉਥਾਨ ਦੇ ਲਈ ਸਾਰਿਆਂ ਨੇ ਕਿ ਜੇ ਅਸੀਂ ਇੱਕ ਮਿੱਕ ਹੋ ਕੇ ਕੰਮ ਕਰਾਂਗੇ ਤਾਂ ਹੀ ਬ੍ਰਾਹਮਣ ਸਮਾਜ ਦਾ ਉਥਾਨ ਜਿਹੜਾ ਹੈ ਉਹ ਹੋ ਸਕਦਾ ਹੈ। ਕਿਉਂਕਿ ਪਿਛਲੇ ਕੁਝ ਸਮੇਂ ਤੋਂ ਬ੍ਰਾਹਮਣ ਸਮਾਜ ਜਿਹੜਾ ਹੈ ਉਸ ਦੇ ਬਾਰੇ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈ ਲੋਕ ਕਰ ਰਹੇ ਹੈ, ਬ੍ਰਾਹਮਣ ਸਮਾਜ ਦੇ ਉੱਤੇ ਕਟਾਕਸ਼ ਵੀ ਕਰਦੇ ਹੈ। ਉਹ ਤਾਂ ਹੀ ਦੂਰ ਕੀਤਾ ਜਾ ਸਕਦਾ ਜੇਕਰ ਅਸੀਂ ਇਕੱਠੇ ਹੋ ਕੇ ਉਹਨਾਂ ਦਾ ਜਵਾਬ ਦੇਵਾਂਗੇ। ਸੋ ਇਹ ਜਿਵੇਂ ਪਹਿਲੇ ਦੱਸਿਆ ਕਿ ਇਹ ਪੋਜ਼ਿਟਿਵ ਐਟੀਟਿਊਡ ਨਾਲ ਆਏ ਤੇ ਜਿਵੇਂ ਜੋ ਕਹਿੰਦੇ ਗਏ ਇਹ ਮੰਨਦੇ ਗਏ। ਸਾਰਿਆਂ ਨੇ ਆਪਣਾ ਈਗੋ ਛੱਡ ਦਿੱਤੀ, ਜੋ ਕਹਿੰਦੇ ਗਏ ਇਹ ਮੰਨਦੇ ਗਏ ਤੇ ਅਖੀਰ ਦੇ ਵਿੱਚ ਫੈਸਲਾ ਇਹ ਹੋਇਆ ਕਿ ਇੱਕ 4 ਮੈਂਬਰੀ ਕਮੇਟੀ ਜਿਹੜੀ ਹੈ ਬਣਾ ਦਿੱਤੀ ਜਾਵੇ। ਕਿਉਂਕਿ ਪਹਿਲੇ ਮੀਟਿੰਗਸ ਦੇ ਵਿੱਚ ਸਾਰੇ ਪ੍ਰੋਗਰਾਮ ਆਪਣੇ ਡਿਸਾਈਡ ਕਰ ਚੁੱਕੇ ਸੀਗੇ ਕਿਹੜਾ ਕਰਨਾ ਤੇ ਪ੍ਰਚਾਰ ਵੀ ਹੋ ਚੁੱਕਿਆ ਸੀਗਾ, ਸ਼ਹਿਰ ਦੇ ਵਿੱਚ ਵੀ ਪੰਪਲੇਟ ਵੀ ਵੰਡੇ ਜਾ ਚੁੱਕੇ ਸੀਗੇ, ਹੋਰ ਵੀ ਕਈ ਤਰ੍ਹਾਂ ਦੇ ਨਾਲ ਮੀਟਿੰਗਸ ਹੋ ਚੁੱਕੀਆਂ ਸੀਗੀਆਂ। ਸੋ ਫਿਰ ਅਸੀਂ ਇਹ ਸੋਚਿਆ ਕਿ ਪ੍ਰੋਗਰਾਮ ਤਾਂ ਕੋਈ ਕੈਂਸਲ ਨਹੀਂ ਕਰਨਾ ਆਪਾਂ। ਉਸ ਤੋਂ ਬਾਅਦ ਇਹ ਵੀ ਸੋਚਿਆ ਗਿਆ ਕਿ ਵੀ ਇਹ ਜਿਹੜੇ ਪ੍ਰੋਗਰਾਮ ਹੈ ਅੱਗੇ ਤੋਂ ਵੀ ਜਦੋਂ ਸਾਡੀ ਬ੍ਰਾਹਮਣ ਸਭਾ ਰਹੂਗੀ ਉਹ ਪ੍ਰੋਗਰਾਮ ਇਹ ਉਸੇ ਤਰ੍ਹਾਂ ਹੋਊਗੇ, ਸਮਾਂ ਹੋਰ ਵਧਾਵਾਂਗੇ ਪ੍ਰੋਗਰਾਮ। ਇਹ ਪ੍ਰੋਗਰਾਮ ਤਾਂ ਚੱਲੂਗਾ ਹੀ, ਸ਼ੋਭਾ ਯਾਤਰਾ ਵੀ ਨਿਕਲੂਗੀ, ਜਿਹੜਾ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਪ੍ਰੋਗਰਾਮ ਹੁੰਦਾ ਹੈ, ਹਵਨ ਯੱਗਿਆ ਹੁੰਦਾ ਹੈ, ਜੋ ਵੀ ਉੱਥੇ ਪ੍ਰਚਾਰ ਹੁੰਦਾ ਹੈ, ਉਸ ਤੋਂ ਬਾਅਦ ਭੰਡਾਰਾ ਹੁੰਦਾ ਹੈ ਉਹ ਵੀ ਹੋਵੇਗਾ। ਬਾਬਾ ਧੂਣਾ ਮੰਦਿਰ ਦੇ ਵਿੱਚ ਜਿਹੜੇ ਪ੍ਰੋਗਰਾਮ ਦੇ ਇਹ ਸਾਰੇ ਪ੍ਰੋਗਰਾਮ ਐਜ਼ ਇਟ ਇਜ਼ ਹੋਣਗੇ, ਪਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹੋਰ ਵਧਾਏ ਜਾਣਗੇ। ਸੋ ਇਹ 4 ਮੈਂਬਰੀ ਕਮੇਟੀ ਜਿਹੜੀ ਬਣੀ ਹੈ ਜਿਸ ਦੇ ਵਿੱਚ ਉਮਾਕਾਂਤ ਜੀ ਹੈ, ਮਦਨ ਗੋਪਾਲ ਸ਼ਰਮਾ ਜੀ ਹੈ, ਮਹੇਸ਼ ਕਾਲੀਆ ਜੀ ਹੈ, ਰਮਨ ਸ਼ਰਮਾ ਜੀ ਹੈ। 4 ਮੈਂਬਰੀ ਕਮੇਟੀ ਜਿੰਨੇ ਵੀ ਜਿਹੜੇ ਹੁਣ ਇਸ ਵੇਲੇ ਪ੍ਰੋਗਰਾਮ ਬਣ ਚੁੱਕੇ ਆ 17 ਤਰੀਕ ਦਾ, 22 ਤਰੀਕ ਦਾ ਔਰ 30 ਤਰੀਕ ਦਾ, ਇਹਨਾਂ ਦੀ ਰਹਿਨੁਮਾਈ ਦੇ ਵਿੱਚ ਹੋਵੇਗਾ, ਇਹਨਾਂ ਦੀ ਅਗਵਾਈ ਦੇ ਵਿੱਚ ਹੋਵੇਗਾ। ਜੋ ਚਾਰੇ ਇਹ ਫੈਸਲਾ ਕਰਨਗੇ ਸਾਰੇ ਮੈਂਬਰਸ ਨੂੰ ਉਹ ਮਨਜ਼ੂਰ ਹੋਵੇਗਾ। ਤੇ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਮਈ ਦੇ ਵਿੱਚ ਅਸੀਂ ਜਿਹੜੇ ਵੀ ਜਨਰਲ ਹਾਊਸ ਬੁਲਾਵਾਂਗੇ ਉਸ ਦੇ ਵਿੱਚ ਜਿਸ ਦੇ ਉੱਤੇ ਵੀ ਸਰਬਸੰਮਤੀ ਹੋਵੇਗੀ ਉਸ ਦੇ ਵਿੱਚ ਅਸੀਂ ਪ੍ਰਧਾਨ, ਸੈਕਟਰੀ, ਕੋਸ਼ਾਧਿਅਕਸ਼ ਦੇ ਚੁਣਨ ਦੀ ਵਿਵਸਥਾ ਜਿਹੜੀ ਹੈ ਉਹ ਕਰਾਂਗੇ ਤੇ ਉਹ ਆਪਣੀ ਕਾਰਿਆਕਾਰਨੀ ਜਿਹੜੀ ਹੈ ਬਣਾਉਣਗੇ। ਉਹ ਕਾਰਿਆਕਾਰਨੀ ਜਿਹੜੀ ਹੈ ਬਾਕੀ ਬ੍ਰਾਹਮਣ ਸਮਾਜ ਨੂੰ ਆਪਣੀ ਅਗਵਾਈ ਦੇਣਗੇ। ਤੇ ਮੈਂ ਬ੍ਰਾਹਮਣ ਸਮਾਜ ਨੂੰ ਇਹ ਵੀ ਇੱਕ ਅਪੀਲ ਕਰਦਾ ਹਾਂ ਕਿ 22 ਤਰੀਕ ਨੂੰ ਸਾਨੂੰ ਵੱਧ ਤੋਂ ਵੱਧ ਆਪਣੇ ਬ੍ਰਾਹਮਣ ਸਮਾਜ ਦੇ ਮੈਂਬਰ ਬਣਾਉਣੇ ਚਾਹੀਦੇ ਆ। ਜਿੰਨੇ ਦੀ ਮੈਂਬਰਸ਼ਿਪ ਦੀ ਪਰਚੀ ਕੱਟੀ ਜਾਊਗੀ, ਜਿੰਨੇ ਮੈਂਬਰ ਬਣੂਗੇ ਉਹਨਾਂ ਨੂੰ ਹੀ ਅਸੀਂ ਜਨਰਲ ਹਾਊਸ ਦੇ ਵਿੱਚ ਬੁਲਾਵਾਂਗੇ। ਕਿਉਂਕਿ ਜਿਹੜਾ ਵੀ ਇਲੈਕਸ਼ਨ ਹੁੰਦਾ ਹੈ ਉਸ ਦੇ ਵਿੱਚ ਡਿਸਾਈਡ ਕਰਨ ਦਾ ਅਧਿਕਾਰ ਤਾਂ ਉਸ ਦਾ ਹੀ ਹੁੰਦਾ ਹੈ ਜਿਹੜਾ ਮੈਂਬਰ ਹੋਵੇ। ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ 22 ਤਰੀਕ ਨੂੰ ਜਿਹੜੀ ਮੈਂਬਰਸ਼ਿਪ ਹੁੰਦੀ ਹੈ ਉਹ ਮੈਂਬਰਸ਼ਿਪ ਸਾਨੂੰ ਕਟਾਉਣੀ ਚਾਹੀਦੀ ਹੈ ਤੇ ਉਸ ਦੇ ਨਾਲ ਹੀ ਅਸੀਂ ਜਨਰਲ ਹਾਊਸ ਦੇ ਮੈਂਬਰ ਜਿਹੜੇ ਹੈ ਉਹ ਬਣਾਂਗੇ। ਉਮਾਕਾਂਤ ਜੀ, ਤੁਸੀਂ ਇੱਕ ਬ੍ਰਾਹਮਣ ਸਭਾ ਨੂੰ ਜ਼ਿਲ੍ਹੇ ਦੀ ਰਿਪਰੈਜ਼ੈਂਟ ਕਰਦੇ ਸੀ, ਅੱਜ ਨੰਗਲ ਵਿੱਚ 3 ਬ੍ਰਾਹਮਣ ਸਭਾ ਇਕੱਠੀਆਂ ਹੋਈਆਂ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਇਲੈਕਟ੍ਰੋਨਿਕ ਮੀਡੀਆ ਦਾ ਤਹਿ ਦਿਲੋਂ ਧੰਨਵਾਦ। ਭਗਵਾਨ ਪਰਸ਼ੁਰਾਮ ਜੀ ਦੇ ਸਾਰੇ ਇਕੱਤਰਿਤ ਹੋਏ ਬ੍ਰਾਹਮਣ ਬੰਧੂਆਂ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਅੱਜ ਗੱਲ ਕੀਤੀ ਸੁਧੀਰ ਜੀ ਕਿ ਬ੍ਰਾਹਮਣ ਸਭਾ ਦੋਨੋਂ ਇਕੱਠੀਆਂ ਹੋ ਗਈਆਂ। ਇਹ ਇੱਕ ਸਾਡੇ ਨੰਗਲ ਦੇ ਲਈ ਬੜੀ ਮਾਣ ਦੀ ਗੱਲ ਹੈ ਕਿ ਪਿਛਲੇ 8 ਸਾਲ ਤੋਂ ਰਮਨ ਜੀ ਜਿਹੜੇ ਹੈ ਭਗਵਾਨ ਪਰਸ਼ੁਰਾਮ ਜੀ ਦੀ ਜਿਹੜੀ ਸ਼ੋਭਾ ਯਾਤਰਾ ਕੱਢਦੇ ਸੀਗੇ, ਉਸ ਤੋਂ ਪਹਿਲਾਂ ਵੀ ਜਿਹੜੀ
ਚਾਹੇ ਕਾਲੀਆ ਜੀ ਸੀਗੇ, ਉਸ ਤੋਂ ਬਾਅਦ ਬਲਰਾਮ ਜੀ ਸੀਗੇ, ਸਾਡੇ ਮਦਨ ਜੀ ਸੀਗੇ, ਕਿ ਪਿਛਲੇ 20-25 ਸਾਲ ਤੋਂ ਜਿਹੜਾ ਹੈ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਬੜੀ ਧੂਮਧਾਮ ਦੇ ਨਾਲ ਮਨਾਉਂਦੇ ਸੀਗੇ। ਉਸ ਦੇ ਨਾਲ ਹੀ ਜਿਹੜਾ ਤੁਸੀਂ ਜ਼ਿਲ੍ਹੇ ਦੀ ਗੱਲ ਕੀਤੀ ਹੈ ਕਿ ਬਾਬਾ ਧੂਣਾ ਮੰਦਿਰ ਦੇ ਵਿੱਚ ਵੀ ਮਦਨ ਗੋਪਾਲ ਜੀ ਦੀ ਰਹਿਨੁਮਾਈ ਦੇ ਵਿੱਚ ਅਸੀਂ ਜਿਹੜਾ ਬਾਬਾ ਧੂਣਾ ਮੰਦਿਰ ਦੇ ਵਿੱਚ ਵੀ ਭਗਵਾਨ ਪਰਸ਼ੂਰਾਮ ਜੀ ਦਾ ਜਿਹੜਾ ਜਨਮ ਉਤਸਵ ਬੜੇ ਧੂਮਧਾਮ ਦੇ ਨਾਲ ਮਨਾਉਂਦੇ ਸੀਗੇ। ਤੇ ਜਿਹੜਾ ਅਸੀਂ ਸਾਰਿਆਂ ਨੇ ਹੀ ਇੱਕ ਉਪਰਾਲਾ ਕੀਤਾ, ਜਿਸ ਦੇ ਵਿੱਚ ਜਿਹੜੀ ਕਮਾਂਡ ਹੈ ਸਾਡੀ ਸੁਧੀਰ ਸ਼ਰਮਾ ਜੀ, ਔਰ ਉਸ ਤੋਂ ਬਾਅਦ ਕਾਲੀਆ ਜੀ, ਮਦਨ ਗੋਪਾਲ ਜੀ, ਆਪਣੇ ਰਮਨ ਜੀ ਹੈ, ਆਪਾਂ ਸਾਰਿਆਂ ਨੇ ਰਲ ਕੇ ਇਹ ਉਪਰਾਲਾ ਕੀਤਾ ਕਿ ਕਿਉਂ ਨਾ ਆਪਾਂ ਇਕੱਠੇ ਹੋ। ਇਸ ਗੱਲ ਦਾ ਅਸੀਂ ਸਾਰਿਆਂ ਨੇ ਪ੍ਰਣ ਕੀਤਾ ਕਿ ਅਸੀਂ 10 ਤਰੀਕ ਨੂੰ ਸ਼ਿਵ ਮੰਦਿਰ ਵਿੱਚ ਇਕੱਠੇ ਹੋ। ਜੋ ਸੁਧੀਰ ਜੀ ਨੇ ਸਾਡੇ ਕੋਲੋਂ ਗੱਲ ਪੁੱਛੀ, ਅਸੀਂ ਉਸ ਨੂੰ ਸਿਰ ਮੱਥੇ ਦੇ ਜਿਹੜਾ ਮੰਨਿਆ, ਔਰ ਸਾਰੀ ਚਾਰੋਂ ਹੀ ਜਿਹੜੇ ਗੱਲਾਂ ਜਿਹੜੀਆਂ ਉਹ ਕਰਕੇ, ਔਰ ਮੈਂ ਦੁਬਾਰਾ ਜਿਹੜਾ 17 ਤਰੀਕ ਨੂੰ ਹਨੂਮਾਨ ਮੰਦਿਰ ਪੁਰਾਣਾ ਗੁਰਦੁਆਰਾ ਤੋਂ 4 ਵਜੇ ਜਿਹੜੀ ਹੈ ਭਗਵਾਨ ਪਰਸ਼ੂਰਾਮ ਜੀ ਦੀ ਸ਼ੋਭਾ ਯਾਤਰਾ ਧੂਮਧਾਮ ਦੇ ਨਾਲ ਸਾਰੇ ਹੀ ਸਮਾਜਾਂ ਨੂੰ ਜਿਹਦੇ ਉਹ ਪਹੁੰਚਣ ਔਰ ਬੜੀ ਧੂਮਧਾਮ ਦੇ ਨਾਲ ਇੱਥੇ ਆਣ ਤੇ ਅਸੀਂ ਜਿਹੜਾ ਹੈ ਰਲ ਮਿਲ ਕੇ ਭਗਵਾਨ ਪਰਸ਼ੂਰਾਮ ਜੀ ਸ਼ੋਭਾ ਯਾਤਰਾ ਨੂੰ ਚਲਾ ਸਕੀਏ। ਉਮਾਕਾਂਤ ਜੀ, ਤੁਸੀਂ ਪੰਜਾਬ ਜ਼ਿਲ੍ਹੇ ਨੂੰ ਰਿਪਰੈਜ਼ੈਂਟ ਕਰਦੇ ਹੋ, ਪਰ ਅੱਜ ਵੀ ਪੰਜਾਬ 'ਚ 2 ਬ੍ਰਾਹਮਣ ਸਭਾ ਚੱਲ ਸਕਦੀ ਹੈ। ਕਿਆ ਤੁਹਾਡੀ ਵੱਲੋਂ ਜਿਹੜੀ ਇਹ ਸ਼ੁਰੂਆਤ ਕੀਤੀ ਕਿ ਉੱਥੇ ਲਈ ਜਾਊਗੀ? ਦੇਖੋ ਸੁਧੀਰ ਜੀ, ਕੋਈ ਵੀ ਗੱਲ ਹੈ ਉਹ ਘਰ ਤੋਂ ਹੀ ਚੱਲਦੀ ਹੈ। ਜੇ ਅਸੀਂ ਘਰ ਦੇ ਵਿੱਚ ਇਕੱਠੇ ਹੋ ਗਏ, ਜਦੋਂ ਕਿਉਂਕਿ ਯੂਨਿਟੀ ਵਿੱਚ ਹੀ ਸਭ ਕੁਝ ਹੈ। ਜਦੋਂ ਨੰਗਲ ਅਨੰਦਪੁਰ ਸਾਹਿਬ ਉਹ ਕੰਸਟੀਚੁਐਂਸੀ ਹੈ ਜਿੱਥੇ ਬ੍ਰਾਹਮਣ ਦਾ ਗੜ੍ਹ ਹੈ, ਇੱਥੋਂ ਤੋਂ ਹੀ ਬੜਾ ਕੁਝ ਹੋ ਸਕਦਾ ਹੈ। ਐਗਜ਼ਾਮਪਲ ਦੇ ਤੌਰ ਤੇ ਤੁਸੀਂ ਵੀ ਇਤਵਾਰ ਨੂੰ ਮੇਰੇ ਨਾਲ ਹੀ ਸੀਗੇ ਜਦੋਂ ਪਠਾਨਕੋਟ ਨੇ ਵਾਲਿਆਂ ਨੇ ਗੱਲ ਕੀਤੀ ਸੀ ਕਿ ਅਸੀਂ ਡੇਢ ਮਹੀਨਾ ਭਗਵਾਨ ਪਰਸ਼ੂਰਾਮ ਜੀ ਦਾ ਹਰ ਹਫ਼ਤੇ ਜਿਹੜਾ ਉਹ ਜਨਮ ਉਤਸਵ ਮਨਾਉਂਦੇ ਆ, ਔਰ ਇਸੇ ਤਰ੍ਹਾਂ ਜਿਹੜਾ ਨੰਗਲ ਅਨੰਦਪੁਰ ਸਾਹਿਬ ਬ੍ਰਾਹਮਣ ਬੰਧੂ ਹੈ ਉਹ ਸਾਰਾ ਕੁਝ ਕਰਨਗੇ, ਔਰ ਪੂਰੇ ਪੰਜਾਬ ਦੇ ਵਿੱਚ ਅਸੀਂ ਜਿਹੜੀ ਸਾਰੇ ਰਲ ਕੇ ਇਹ ਐਗਜ਼ਾਮਪਲ ਦੇਵਾਂਗੇ। ਅੱਜ ਦਾ ਜਿਹੜਾ ਪ੍ਰੋਗਰਾਮ ਸੀ, ਮਤਲਬ ਅੱਜ ਇੱਕ ਬ੍ਰਾਹਮਣ ਸਮਾਜ ਦੇ ਲਈ ਕਹਿ ਸਕਦੇ ਆਪਾਂ ਬਹੁਤ ਹੀ ਮਤਲਬ ਭਾਗਾਂ ਵਾਲਾ ਦਿਨ ਹੈ। ਅੱਜ ਭਗਵਾਨ ਪਰਸ਼ੂਰਾਮ ਜੀ ਨੇ ਬੜੀ ਅਪਾਰ ਕਿਰਪਾ ਕੀਤੀ ਹੈ ਸਾਡੇ ਤੇ, ਸਾਰਿਆਂ ਨੂੰ ਸਦਬੁੱਧੀ ਦਿੱਤੀ ਵੀ ਅੱਜ ਜਿਹੜੀ ਬ੍ਰਾਹਮਣ ਸਮਾਜ ਹੈ ਜਿਹੜਾ ਅੱਜ ਇੱਕ ਮੰਚ ਦੇ ਉੱਤੇ ਮਤਲਬ ਅੱਜ ਇਕੱਤਰਿਤ ਹੋਇਆ। ਜਿਸ ਤਰ੍ਹਾਂ ਆਪਣੇ ਪਹਿਲੇ 3 ਸਭਾ ਸੀ, ਅੱਜ 3 ਦੀ ਸਭਾ ਦਾ ਇੱਕ ਸਭਾ ਦੇ ਵਿੱਚ ਆਪਾਂ ਗਠਨ ਕਰਤਾ ਵੀ 4 ਮੈਂਬਰੀ ਜਿਹੜੀ ਅਸੀਂ ਇਸ ਵਾਰੀ ਕਮੇਟੀ ਬਣਾਈ ਹੈ, ਜਿਹਦੇ ਵਿੱਚ ਮਤਲਬ ਮਹੇਸ਼ ਕਾਲੀਆ ਜੀ, ਉਮਾਕਾਂਤ ਸ਼ਰਮਾ ਜੀ, ਉਸ ਤੋਂ ਇਲਾਵਾ ਮਦਨ ਮੱਦੀ ਜੀ ਤੇ ਰਮਨ ਸ਼ਰਮਾ, 4 ਮੈਂਬਰੀ ਕਮੇਟੀ ਬਣਾਈ ਹੈ। 3 ਪ੍ਰੋਗਰਾਮ ਸਾਡੇ ਜੋ ਕਿ ਪਹਿਲਾਂ ਤੋਂ ਅਸੀਂ ਉਲੀਕੇ ਹੋਏ ਸੀ। ਸ਼ੋਭਾ ਯਾਤਰਾ ਜੋ ਕਿ 17 ਅਪ੍ਰੈਲ ਨੂੰ ਕੱਢੀ ਜਾਏਗੀ, ਸਾਰੇ ਮਤਲਬ ਇਕੱਠੇ ਹੋ ਕੇ ਆਪਾਂ ਕੱਢਾਂਗੇ ਪੂਰਾ ਬ੍ਰਾਹਮਣ ਸਮਾਜ। ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ 22 ਅਪ੍ਰੈਲ ਨੂੰ ਲక్ష్ਮੀ ਨਾਰਾਇਣ ਮੰਦਿਰ ਜੋ ਭੰਡਾਰੇ ਕੀਤਾ ਜਾਂਦਾ ਹੈ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੀਤਾ ਜਾਊਗਾ। ਤੇ 30 ਅਪ੍ਰੈਲ ਨੂੰ ਜੋ ਹੈ ਉਮਾਕਾਂਤ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅੱਗੇ ਜਿਸ ਤਰ੍ਹਾਂ ਧੂਣੇ ਵਾਲੇ ਮੰਦਿਰ ਪ੍ਰੋਗਰਾਮ ਹੁੰਦਾ ਸੀ, ਉਹ 3 ਪ੍ਰੋਗਰਾਮ ਐਜ਼ ਇਟ ਇਜ਼ ਕੀਤੇ ਜਾਣਗੇ। ਬਾਕੀ ਮੈਂ ਇਸ ਤੁਹਾਡੇ ਚੈਨਲ ਦੇ ਰਾਹੀਂ ਆਪਣੀ 3 ਸੰਸਥਾਵਾਂ ਦੇ ਮੈਂਬਰਾਂ ਨੂੰ, ਅਹੁਦੇਦਾਰਾਂ ਦਾ ਮੈਂ ਸਹਿ ਦਿਲ ਤੋਂ ਧੰਨਵਾਦੀ ਹਾਂ। ਸ਼੍ਰੀ ਬ੍ਰਾਹਮਣ ਸਭਾ ਨੰਗਲ ਦੇ ਜੋ ਸਾਡੀ ਸਭਾ ਸੀਗੀ, ਨੰਦ ਕਿਸ਼ੋਰ ਜੀ ਹੋਏ, ਚਾਹੇ ਨੀਰਜ ਜੋਸ਼ੀ ਜੀ ਹੈ, ਅਵਿਨਾਸ਼ ਸ਼ਰਮਾ ਜੀ ਹੈ, ਰਾਮ ਕੁਮਾਰ ਸਹੋੜ ਜੀ ਹੈ, ਉਸ ਤੋਂ ਇਲਾਵਾ ਕਿਆ ਨਾਮ ਰਮਨ ਸ਼ਰਮਾ ਜੀ, ਰਜਨੀਸ਼ ਜੀ, ਜਿੰਨੇ ਵੀ ਸਾਡੇ ਸਾਥੀ थे, ਜਦ ਸੁਧੀਰ ਜੀ ਨੇ ਇਹ ਗੱਲ ਰੱਖੀ ਕਿ ਆਪਾਂ 3 ਸੰਸਥਾਵਾਂ ਮਤਲਬ ਜਿਹੜੀਆਂ ਬ੍ਰਾਹਮਣ ਸਮਾਜ ਦੀਆਂ ਇਕੱਤਰਿਤ ਕਰਨੀਆਂ, ਤਾਂ ਮੇਰੇ ਸਾਰੇ ਸਾਥੀਆਂ ਨੇ ਇੱਕੇ ਗੱਲ ਮਕਾਈ ਵੀ ਪ੍ਰਧਾਨ ਜੀ ਗੱਲ ਤੇ ਫੁੱਲ ਚੜਾਉਂਦੇ। ਸੋ ਸਾਰਿਆਂ ਨੇ ਮਤਲਬ ਅੱਜ ਤੱਕ ਬਹੁਤ ਸਾਥ ਦਿੱਤਾ। ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ। ਕਿਸੇ ਗੱਲ ਦੇ ਉੱਤੇ ਇਹਨਾਂ ਨੇ ਕਿਸੇ ਤੇ ਕਿੰਤੂ ਪਰੰਤੂ ਨਹੀਂ ਕੀਤੀ। ਜਿਸ ਤਰ੍ਹਾਂ ਸੁਧੀਰ ਜੀ ਨੇ ਜਾਂ ਰਾਮ ਕੁਮਾਰ ਸਹੋੜ ਜੀ ਨੇ ਸਾਨੂੰ ਚਾਨਣਾ ਪਾਇਆ ਸੀ, ਅਸੀਂ ਉਸ ਹਿਸਾਬ ਦੇ ਨਾਲ ਸਾਡੇ ਸਾਰੇ ਮੈਂਬਰਾਂ ਨੇ ਉਸ ਨੂੰ ਮਤਲਬ ਸਰਬਸੰਮਤੀ ਨਾਲ ਮੰਨਿਆ। ਇਸੇ ਤਰ੍ਹਾਂ ਮਹੇਸ਼ ਕਾਲੀਆ ਜੀ ਨੇ, ਮਦਨ ਜੀ ਨੇ ਆਪਣੇ ਬਿਹਾਵ ਤੇ ਸਾਰੇ ਮੈਂਬਰਾਂ ਨੇ ਇਹਨਾਂ ਦੀ ਗੱਲ ਦੇ ਉੱਤੇ ਮਤਲਬ ਫੁੱਲ ਚੜਾਏ। ਇਸ ਤਰ੍ਹਾਂ ਉਮਾਕਾਂਤ ਜੀ ਨੇ, ਜਿਹੜਾ ਕਿ ਅੱਜ ਇੱਕ ਇਤਿਹਾਸ ਮੈਂ ਕਹਿ ਸਕਦਾ ਬਣਿਆ ਹੈ। ਤੁਸੀਂ ਦੇਖੋਗੇ ਜਿਹੜੀ 17 ਅਪ੍ਰੈਲ ਨੂੰ ਸ਼ੋਭਾ ਯਾਤਰਾ ਜਾਂ 22 ਅਪ੍ਰੈਲ ਦਾ ਪ੍ਰੋਗਰਾਮ ਜਾਂ 30 ਅਪ੍ਰੈਲ ਦਾ ਪ੍ਰੋਗਰਾਮ ਇੱਕ ਇਤਿਹਾਸ ਰਚਿਆ ਜਾਏਗਾ। ਔਰ ਸਾਰੇ ਜਿਹੜਾ ਸਾਡੀ ਅੱਜ ਦੀ ਮੀਟਿੰਗ ਦੀ ਚਰਚਾ ਪੂਰੇ ਸ਼ਹਿਰ ਦੇ ਵਿੱਚ ਇਸ ਚੀਜ਼ ਦੀ ਚਰਚਾ ਹੈ ਕਿ ਅੱਜ ਬ੍ਰਾਹਮਣ ਸਮਾਜ ਜੋ ਕੰਮ ਤਾਂ ਪਹਿਲਾਂ ਵੀ ਕਰਦਾ ਸੀ, ਅੱਜ ਇੱਕ ਮੰਚ ਦੇ ਉੱਤੇ ਸੰਗਠਿਤ ਹੋ ਕੇ ਇਹ ਭਗਵਾਨ ਪਰਸ਼ੂਰਾਮ ਜੀ ਦਾ ਹੀ ਆਸ਼ੀਰਵਾਦ ਹੈ। ਉਹਨਾਂ ਨੇ ਜਿਹੜੀ ਸਾਨੂੰ ਸਾਰਿਆਂ ਨੂੰ ਸਦਬੁੱਧੀ ਦਿੱਤੀ। ਸਾਰਿਆਂ ਨੇ ਅਸੀਂ ਆਪਣੇ ਨੇ ਈਗੋ ਮਾਰੀ, ਹਰ ਬੰਦੇ 'ਚ ਈਗੋ ਹੁੰਦੀ, ਮੇਰੇ 'ਚ ਵੀ ਸੀ, ਉਮਾਕਾਂਤ ਜੀ ਦੇ ਵਿੱਚ ਵੀ ਹੋ ਸਕਦੀ, ਉਸ ਤੋਂ ਇਲਾਵਾ ਮਹੇਸ਼ ਕਾਲੀਆ, ਮਦਨ ਜੀ, ਸਭ ਦੇ ਵਿੱਚ ਈਗੋ ਹੁੰਦੀ। ਪਰ ਉਹਨਾਂ ਨੇ ਸਦਬੁੱਧੀ ਸਾਨੂੰ ਬਖਸ਼ੀ ਕਿ ਜਿਹੜਾ ਹੈਗਾ ਵੀ ਅਸੀਂ ਇੱਕ ਮੰਚ ਦੇ ਉੱਤੇ ਜਿਹੜਾ ਇਕੱਠੇ ਹੋਏ। ਜਿਹੜਾ ਮੇਨ ਰੋਲ ਅਦਾ ਕੀਤਾ ਹੈ ਉਹ ਆਪਣਾ ਸੁਧੀਰ ਸ਼ਰਮਾ ਜੀ ਨੇ, ਰਾਮ ਕੁਮਾਰ ਸਹੋੜ ਜੀ ਵੀ ਜ਼ੋਰ ਲਾਉਂਦੇ ਰਹੇ। ਇੱਛਾ ਮਨ ਦੀ ਸਭ ਦੀ ਸੀ, ਇਨੀਸ਼ੀਏਟਿਵ ਲੈਣੇ ਵਾਲਾ ਕੋਈ ਇੱਕ ਹੁੰਦਾ। ਸੋ ਅਸੀਂ ਇਹਨਾਂ ਦੀ ਸੁਧੀਰ ਜੀ ਦੀ ਗੱਲ ਤੇ ਇਹਨਾਂ ਸਾਰਿਆਂ ਦੀ ਗੱਲ ਦੇ ਉੱਤੇ ਆਪਾਂ ਜਿਹੜੇ ਫੁੱਲ ਚੜਾਏ। ਬਹੁਤ ਬਹੁਤ ਤੁਹਾਡਾ ਧੰਨਵਾਦ ਸਰ। ਬਹੁਤ ਬਹੁਤ ਮੁਬਾਰਕਾਂ ਤੁਸੀਂ ਇਕੱਠੇ ਹੋਏ ਸਾਰੇ। ਪਰ ਇੱਕ ਚੀਜ਼ ਦੱਸੋ ਕਿ 3 ਸੰਸਥਾਵਾਂ ਇਕੱਠੀਆਂ ਹੋਈਆਂ ਨੇ। ਹਾਂਜੀ।
ਤੇ ਬੜੇ ਲੰਬੇ ਸਮੇਂ ਬਾਅਦ ਇਕੱਠੀਆਂ ਹੋਈਆਂ। ਬਿਲਕੁਲ। ਜਿਹੜਾ ਹੁਣ ਅਗਲੇ 3 ਪ੍ਰੋਗਰਾਮ ਹੈ, ਹਾਂਜੀ। ਉਹ ਤਿੰਨੋਂ ਇੱਕੋ ਬੈਨਰ ਥੱਲੇ ਹੋਣਗੇ? ਇੱਕ ਬੈਨਰ ਥੱਲੇ ਸਰ, ਜਾਂ ਉਸ ਬੈਨਰ ਦੇ ਬਾਅਦ ਅਗਲੇ ਆਪਣੇ ਆਪਣੇ ਬੈਨਰ ਵੀ ਲੱਗ ਜਾਣਗੇ? ਕੋਈ ਬੈਨਰ ਨਹੀਂ ਲੱਗੇਗਾ ਸਰ, ਬ੍ਰਾਹਮਣ ਸਮਾਜ ਦੇ ਬੈਨਰ ਹੇਠ ਹੋਣਗੇ। ਇੱਕ ਜਿਸ ਤਰ੍ਹਾਂ ਸੁਹੀਰ ਜੀ ਨੇ ਦੱਸਿਆ, ਜੋ ਸਭ ਤੋਂ ਪੁਰਾਣੀ ਆਪਣੀ ਸਭਾ ਚੱਲਦੀ ਆਈ, ਆਪਾਂ ਸਾਰੇ ਉਸ ਬੈਨਰ ਥੱਲੇ ਜਿਹੜਾ ਵੀ ਉਸ ਤੋਂ ਬਾਅਦ ਇਜਲਾਸ ਹੋਵੇਗਾ ਸਰਬਸੰਮਤੀ ਨਾਲ ਪ੍ਰਧਾਨ ਚੁਣਾਂਗੇ। ਕੋਈ ਸਾਡਾ ਇਲੈਕਸ਼ਨ ਨਹੀਂ ਹੋਏਗਾ। ਜਿਸ ਬੰਦੇ ਦੇ ਉੱਤੇ ਵੀ ਸਾਰੇ ਸਹਿਮਤੀ ਦੇਣਗੇ, ਮਤਲਬ ਉਹ ਸਭਾ ਦੇ ਵਿੱਚ ਕੰਮ ਕਰੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਟੀਮ ਵੱਡੀ ਹੋਈ। ਹੁੰਦਾ ਕੀ ਹੈ, ਤੁਸੀਂ ਦੇਖਦੇ ਹੋ ਕਿ ਕੋਈ ਵੀ ਸੰਸਥਾ ਹੁੰਦੀ 5-7 ਬੰਦੇ ਐਕਟਿਵ ਜ਼ਿਆਦਾ ਹੁੰਦੇ, ਬਾਕੀ ਹੁਣ ਤੁਸੀਂ ਇਹ ਦੇਖੋ ਜਦ 3 ਸੰਸਥਾਵਾਂ ਇਕੱਠੀਆਂ ਹੋਣ, ਘੱਟੋ ਘੱਟ ਸਾਡੇ 21 ਬੰਦੇ ਇਦਾਂ ਦੇ ਹੋਣਗੇ, ਉਹ ਸਾਰੇ ਆਪਣੇ ਆਪਣੇ ਫੀਲਡ ਦੇ ਵਿੱਚ ਮਾਸਟਰ ਹੈ। ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਦਿਸੇਗਾ ਕਿ ਜੇ ਬ੍ਰਾਹਮਣ ਸਮਾਜ ਸੰਗਠਿਤ ਹੋਇਆ, ਜੇ ਬ੍ਰਾਹਮਣ ਸਮਾਜ ਸੇਧ ਦਿੰਦਾ ਆਇਆ, तो एक मिसाल पेश की जाएगी। ब्राह्मण समाज जिस तरह सेध दिंदा रहा, वो सेध दवाए एक मतलब एक तरह की। और दूसरी गल जिहड़ी भी साडी शोभा यात्रा है, सारियां ही धार्मिक संस्थावां, सारियां समाजिक संस्थावां, सारे समाज के लोगों को नाल लैके असीं चलांगे। साडे च कोई वितकरा नहीं, भगवान सब दे एक है। भगवान परशुराम जी ठीक है, असीं जिहड़ा आयोजन कर रही है ब्राह्मण सभा कर रही है, पर असीं सारे नाल लैके, चाहे कोई वाल्मीकि सभा, चाहे खत्री सभा, सारे समाज को आपां एकत्रित करके, क्योंकि साडा जिहड़ा मोटिव हैगा भाईचारा है। बहुत बहुत तुहाडा धन्नवाद सर। पहले तो सब तो वड्डी गल बहुत खुशी का दिन है, बहुत बधाई का दिन है। भगवान परशुराम जी की कृपा हुई है ब्राह्मण समाज के उपर। मैं नहीं कहांगा 3 एक हुई, ब्राह्मण समाज सारा एक होया, चाहे वो किसी भी तरीके नाल कुछ भी करते सी, लेकिन ब्राह्मण समाज के उत्थान का, विस्तार का, विकास का काम करते सी। और ब्राह्मण समाज जिहड़ा मिल के समाज के विकास का काम कर रहा सी, मानवता नूं जागरूक करने का काम कर रहा सी। सो अज बहुत बधाई का दिन है कि ब्राह्मण सभा पंजाब, भगवान परशुराम ब्राह्मण सभा नंगल और ब्राह्मण इकाई पंजाब ने जिहड़ी सारे साडे विच इकट्ठे होकर आपां मिल के ब्राह्मण समाज का काम अगे बढ़ाने का फैसला लिया है। और ये मैं स्पैशल जिन्हें कह लो बधाई के पात्र ने श्री सुधीर शर्मा जी, जिन्होंने ने सानू सारिआं नूं एक प्लेटफार्म पर लिया और एक प्लेटफार्म पर लिया के बैठ के जो गल हुई, इस भी बड़ी खुशी की गल है कि सारे साफ मन के नाल आए सी। भगवान परशुराम जी का सारे ते इन्ना क आशीर्वाद सी, सरस्वती माता सारे दी जुबान ते सी कि जिन्हें भी जो कुछ एक दूजे नूं कहा, सारे ने सिर मत्थे ते स्वीकार किया। कोई बड़े कोई डिफरेंस सीगा ही नहीं। मैं तो देखदा कि शायद सारे मौका लभ रहे सी कि सारे किसी तरह सानू इकट्ठे बिठाण तां सही कोई। सो मौका मिलिया, सुधीर जी ने सानू सारे नूं इकट्ठे बिठाया। उत्थे 10 मिनट की साडी सिर्फ चर्चा हुई और सारा ब्राह्मण समाज एक हो गया। कुछ 1-2 गल्लां सीगियां, ये सीगा कि जे 3 कार्यक्रम 4 हुंदे आ नंगल शहर